बचपन विच हर किसी ने ताजे मक्खन विच खंड या मिश्री रला के जरूर खादा होएगा। ਇਹ ਕਿੰਨਾ ਫਾਇਦੇਮੰਦ ਹੁੰਦਾ ਹੈ ਤੇ ਕਿਹੜੇ-ਕਿਹੜੇ ਰੋਗਾਂ ਵਿੱਚ ਇਹ ਬਹੁਤ ਕੰਮ ਦੀ ਚੀਜ਼ ਹੈ। ਇਸ ਮੱਖਣ ਨੂੰ ਅਸੀਂ ਹੋਰ ਜ਼ਿਆਦਾ ਪੌਸ਼ਟਿਕ ਕਿਸ ਤਰ੍ਹਾਂ ਬਣਾ ਸਕਦੇ ਹਾਂ, ਆਓ ਜਾਣਦੇ ਹਾਂ। सत श्री अकाल जी, मैं हाँ डॉक्टर गगनप्रीत कौर ते तुसी वेख रहे हो पंजाबी आयुर्वेदिक रसोई। अज असी अपनी रसोई दे विच एक बहुत ही खास बटर दी यानी कि मक्खन दी रेसिपी तैयार करांगे, जिहड़ा कि बहुत पौष्टिक भी है ते स्वाद भी है। अजकल सानू बाजार विच कई तरह दी स्प्रैड मिल जाते हैं ते या फिर तुसी जे मिठा खाण दे बहुत शौकीन हो फिर भी इस दी वरतों कीती जा सकती है। ते जे तुहाडे शरीर विच बहुत ज़्यादा गरमैश ते पित्त दोष वधिया रहिंदा है तां भी इस दी वरतों बहुत फायदेमंद है। आओ जानते हाँ इस नूं बनाउण दी विधि की है। इस मक्खन नूं बनाउण दे लई असी मिश्री लैनी है 1 कौली। ये मिश्री असी धागे वाली लैनी है। इस तो इलावा असी 1 कौली दे ही लगभग तरबूज दे मगज लै रहे हाँ। तुसी रले मिले मगज भी इत्थे लै सकदे हो। अलसी दे बीज गर्मियां दे विच नहीं वरतने, इस करके उन्हां नूं इस विच नहीं पाउणा। इस तो बाद असी 10 ਤੋਂ 15 ਦਾਣੇ ਕਾਜੂ ਦੇ ਲੈਣੇ ਹਨ। ਮਖਾਣੇ ਅਸੀਂ ਲਗਭਗ 2 ਤੋਂ 2.5 ਕੌਲੀਆਂ ਲੈ ਸਕਦੇ ਹਾਂ ਜਾਂ ਫਿਰ ਇਹਨਾਂ ਦੀ ਮਾਤਰਾ ਐਡਜਸਟ ਵੀ ਕੀਤੀ ਜਾ ਸਕਦੀ ਹੈ, ਜਿੰਨਾ ਕੁ ਗਿੱਲਾ ਮੱਖਣ ਜਾਂ ਫਿਰ ਡਰਾਈ ਸਾਨੂੰ ਚਾਹੀਦਾ ਹੈ। ਇੱਕ ਗ੍ਰਾਈਂਡਰ ਲੈ ਕੇ ਅਸੀਂ ਸਭ ਤੋਂ ਪਹਿਲਾਂ ਮਗਜ ਤੇ ਕਾਜੂਆਂ ਨੂੰ ਪੀਸ ਲੈਣਾ ਹੈ। ਅਸੀਂ ਇਸ ਦਾ ਬਰੀਕ ਪਾਊਡਰ ਕਰਨਾ ਹੈ। ਜਦੋਂ ਵੀ ਇਸ ਨੂੰ ਗ੍ਰਾਈਂਡ ਕਰਨਾ ਹੈ ਉਸ ਟਾਈਮ ਤੇ ਮਿਕਸੀ ਨੂੰ ਲਗਾਤਾਰ ਨਾ ਚਲਾਉਂਦੇ ਹੋਏ ਸਗੋਂ ਥੋੜਾ ਥੋੜਾ ਚਲਾਉਣਾ ਹੈ, ਫਿਰ ਬੰਦ ਕਰਨਾ ਹੈ। ਇਸ ਤਰੀਕੇ ਅਸੀਂ ਇਸ ਦਾ ਪਾਊਡਰ ਤਿਆਰ ਕਰ ਲਵਾਂਗੇ। ਬਿਲਕੁਲ ਇਸ ਤਰੀਕੇ ਦਾ ਦਰਦਰਾ ਜਿਹਾ ਪਾਊਡਰ ਸਾਨੂੰ ਚਾਹੀਦਾ ਹੈ। ਇਸ ਨੂੰ ਅਸੀਂ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ। ਮਗਜ ਜਿਹੜੇ ਹਨ ਜਾਂ ਕਾਜੂ ਹਨ ਇਹ ਬੁੱਧੀ ਵਰਧਕ ਹੁੰਦੇ ਹਨ। ਇਸ ਦੇ ਨਾਲ ਪੇਟ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਹਨ। ਇਸ ਕਰਕੇ ਇਹਨਾਂ ਦੀ ਵਰਤੋਂ ਬਹੁਤ ਫਾਇਦੇਮੰਦ ਹੈ ਤੇ ਗਰਮੀਆਂ ਲਈ ਇਹ ਉੱਤਮ ਡਰਾਈ ਫਰੂਟ ਕਹੇ ਜਾ ਸਕਦੇ ਹਨ। ਸਾਨੂੰ ਹਰ ਚੀਜ਼ ਦਾ ਪਾਊਡਰ ਚਾਹੀਦਾ ਹੈ, ਇਸ ਕਰਕੇ ਅਸੀਂ ਅਲੱਗ-ਅਲੱਗ ਹੀ ਪੀਸਾਂਗੇ। ਹੁਣ ਮਖਾਣਿਆਂ ਨੂੰ ਪੀਸਣ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਵਾਂਗੇ। ਇਸ ਕਰਕੇ ਕਿ ਰੋਸਟ ਕਰਨ ਤੋਂ ਬਾਅਦ ਇੱਕ ਤਾਂ ਇਹਨਾਂ ਦੇ ਸਵਾਦ ਵਿੱਚ ਥੋੜਾ ਅੰਤਰ ਆਉਂਦਾ ਹੈ, ਦੂਸਰਾ ਜਦੋਂ ਅਸੀਂ ਇਹਨਾਂ ਨੂੰ ਗ੍ਰਾਈਂਡ ਕਰਾਂਗੇ ਤਾਂ ਇਹ ਬਹੁਤ ਹੀ ਸੋਹਣਾ ਪਾਊਡਰ ਤਿਆਰ ਹੋ ਜਾਏਗਾ। ਬਿਨਾਂ ਭੁੰਨੇ ਇਹਨਾਂ ਨੂੰ ਗ੍ਰਾਈਂਡ ਕਰਨ ਤੇ ਪਾਊਡਰ ਜ਼ਿਆਦਾ ਬਰੀਕ ਨਹੀਂ ਹੋ ਪਾਉਂਦਾ। ਇਹਨਾਂ ਨੂੰ ਅੰਗਰੇਜ਼ੀ ਵਿੱਚ ਫੌਕਸ ਨਟਸ ਜਾਂ ਫਿਰ ਲੋਟਸ ਸੀਡਸ ਕਹਿੰਦੇ ਹਨ ਤੇ ਇਹਨਾਂ ਦੀ ਤਾਸੀਰ ਠੰਡੀ ਹੁੰਦੀ ਹੈ। ਗਰਮੀ ਤੇ ਸਰਦੀ ਦੋਨਾਂ ਮੌਸਮਾਂ ਵਿੱਚ ਇਸ ਨੂੰ ਖਾਧਾ ਜਾ ਸਕਦਾ ਹੈ। ਇਸ ਵਿੱਚ ਚੰਗੀ ਮਾਤਰਾ ਵਿੱਚ ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਦੇ ਨਾਲ ਪ੍ਰੋਟੀਨ ਵੀ ਮਿਲਦਾ ਹੈ ਤੇ ਫਾਈਬਰ ਵੀ ਚੰਗੀ ਮਾਤਰਾ ਦੇ ਵਿੱਚ ਹੁੰਦਾ ਹੈ। ਇਹ ਗਲੂਟਨ ਫ੍ਰੀ ਵੀ ਹੁੰਦੇ ਹਨ, ਇਸ ਕਰਕੇ ਪੇਟ ਦੇ ਲਈ ਤੇ ਹਾਰਟ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਹਨ। ਬਹੁਤ ਹੀ ਵਧੀਆ ਮਾਤਰਾ ਵਿੱਚ ਇਹਨਾਂ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜਿਸ ਕਰਕੇ ਇਹ ਹੱਡੀਆਂ ਤੇ ਜੋੜਾਂ ਦੀ ਮਜ਼ਬੂਤੀ ਲਈ ਵੀ ਬਹੁਤ ਵਧੀਆ ਸਨੈਕ ਹਨ। ਇਹ ਵਾਤ ਭਾਵ ਕਿ ਬਹੁਤ ਜ਼ਿਆਦਾ ਜਿਹੜਾ ਰੁੱਖਾਪਨ ਹੈ ਸਰੀਰ ਦੇ ਵਿੱਚ, ਬਹੁਤ ਕਮਜ਼ੋਰੀ ਹੈ, ਕਟ-ਕਟ ਦੀ ਆਵਾਜ਼ ਆਉਂਦੀ ਹੈ, ਨਹੁੰ ਟੁੱਟਦੇ ਹਨ, ਵਾਲ ਟੁੱਟ ਰਹੇ ਹਨ, ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਜਾਂ ਫਿਰ ਬਹੁਤ ਦਰਦ ਹੈ ਸਰੀਰ ਵਿੱਚ, ਉਸ ਨੂੰ ਕਾਬੂ ਕਰਦਾ ਹੈ। ਇਸ ਦੇ ਨਾਲ ਜੇ ਪਿੱਤ ਦੋਸ਼ ਵਧਿਆ ਰਹਿੰਦਾ ਹੈ, ਜਿਸ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਸਰੀਰ ਦੇ ਵਿੱਚ, ਹੱਥਾਂ ਪੈਰਾਂ 'ਚ ਜਲਨ ਹੁੰਦੀ ਹੈ, ਬਹੁਤ ਤੇਜ਼ਾਬ ਬਣਦਾ ਹੈ, ਵਾਰ-ਵਾਰ ਦਸਤ ਆਉਂਦੇ ਹਨ, ਨਕਸੀਰ ਛੁੱਟਦੀ ਹੈ ਜਾਂ ਫਿਰ ਬਵਾਸੀਰ ਰਹਿੰਦੀ ਹੈ ਜਾਂ ਮਲ ਦੁਆਰ ਰਾਹੀਂ ਖੂਨ ਆਉਂਦਾ ਹੈ ਜਾਂ ਮਾਹਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਖੂਨ ਪੈਂਦਾ ਹੈ, ਇਹਨਾਂ ਸਾਰੇ ਰੋਗਾਂ ਵਿੱਚ ਮਖਾਣੇ ਬਹੁਤ ਫਾਇਦੇਮੰਦ ਹਨ। ਇਹਨਾਂ ਨੂੰ ਰੋਸਟ ਕਰਨ ਤੇ 5 ਤੋਂ 6 ਮਿੰਟ ਦਾ ਸਮਾਂ ਲੱਗੇਗਾ ਤੇ ਬਿਲਕੁਲ ਮੱਠੀ ਗੈਸ ਤੇ ਹੀ ਅਸੀਂ ਇਹਨਾਂ ਨੂੰ ਭੁੰਨਣਾ ਹੈ ਤਾਂ ਕਿ ਇਹ ਸੜਨ ਨਾ ਤੇ ਬਹੁਤ ਹੀ ਕੁਰਕੁਰੇ ਜਿਹੇ ਹੋ ਜਾਣ। ਉਸ ਤੋਂ ਬਾਅਦ ਜਿਵੇਂ ਹੀ ਇਹ ਹਲਕੇ ਕੋਸੇ ਹੁੰਦੇ ਹਨ ਅਸੀਂ ਨਾਲ ਦੀ ਨਾਲ ਹੀ ਇਹਨਾਂ ਨੂੰ ਪੀਸ ਲਵਾਂਗੇ। ਇਹ ਸਰੀਰ ਨੂੰ ਬਲ ਦੇਣ ਵਾਲੇ ਹਨ ਤੇ ਪੋਸ਼ਣ ਦੇਣ ਵਾਲੇ ਹਨ, ਇਸ ਕਰਕੇ ਸ਼ੁਕਰ ਸੰਬੰਧੀ ਕੋਈ ਵੀ ਰੋਗ ਹਨ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਵਰਤੋਂ ਬਹੁਤ ਫਾਇਦੇਮੰਦ ਹੈ। ਇਹ ਪਾਊਡਰ ਤਿਆਰ ਕਰਨ ਤੋਂ ਬਾਅਦ ਅਸੀਂ ਮਿੱਠਾ ਕਰਨ ਦੇ ਲਈ ਮਿਸ਼ਰੀ ਨੂੰ ਬਿਲਕੁਲ ਬਰੀਕ ਕਰਕੇ ਉਸ ਦਾ ਵੀ ਪਾਊਡਰ ਤਿਆਰ ਕਰਨਾ ਹੈ। ਮਿਸ਼ਰੀ ਦੀ ਜਗ੍ਹਾ ਤੁਸੀਂ ਸ਼ੱਕਰ ਦਾ ਇਸਤੇਮਾਲ ਵੀ ਕਰ ਸਕਦੇ ਹੋ, ਪਰ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਪਿੱਤ ਹੈ ਜਾਂ ਗਰਮੀ ਹੈ ਤਾਂ ਮਿਸ਼ਰੀ ਜ਼ਿਆਦਾ ਫਾਇਦਾ ਕਰੇਗੀ। ਇਸ ਨੂੰ ਇਮਾਮਦਸਤੇ ਵਿੱਚ ਕੁੱਟ ਕੇ ਇਸ ਦਾ ਧਾਗਾ ਜਿਹੜਾ ਹੈ ਉਸ ਨੂੰ ਅਲੱਗ ਕਰਨਾ ਹੈ ਤੇ ਟੁਕੜੇ ਛੋਟੇ ਬਰੀਕ ਕਰ ਲੈਣੇ ਹਨ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਗ੍ਰਾਈਂਡ ਕਰਾਂਗੇ ਤਾਂ ਕਿ ਇਸ ਦਾ ਬਹੁਤ ਹੀ ਵਧੀਆ ਫਾਈਨ ਪਾਊਡਰ ਤਿਆਰ ਹੋ ਜਾਵੇ। ਆਯੁਰਵੇਦ ਦੇ ਅਨੁਸਾਰ ਮਿਸ਼ਰੀ ਸਿਰਫ ਮਿੱਠਾ ਨਹੀਂ ਕਰਦੀ, ਸਗੋਂ ਇੱਕ ਦਵਾਈ ਦਾ ਕੰਮ ਕਰਦੀ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ, ਇਸ ਦੇ ਬਾਵਜੂਦ ਵੀ ਇਹ ਕਫ ਦੀ ਵ੍ਰਿੱਧੀ ਨਹੀਂ ਕਰਦੀ। ਇਸੇ ਕਰਕੇ ਮਿਸ਼ਰੀ ਨੂੰ ਵੀ ਅਸੀਂ ਸਰਦੀਆਂ ਵਿੱਚ ਵੀ ਜੇ ਵਰਤਦੇ ਹਾਂ ਤਾਂ ਇਹ ਸਰੀਰ ਨੂੰ ਜ਼ਿਆਦਾ ਠੰਡਾ ਨਹੀਂ ਕਰਦੀ।
ਤੇ ਕਫ, ਅਸਥਮਾ ਇਹਨਾਂ ਰੋਗਾਂ ਵਿੱਚ ਇਸ ਦਾ ਆਰਾਮ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਬਹੁਤ ਸਾਰੀਆਂ ਕਫ ਦੀਆਂ, ਅਸਥਮਾ ਦੀਆਂ ਜਿਹੜੀਆਂ ਦਵਾਈਆਂ ਹਨ ਉਹਨਾਂ ਵਿੱਚ ਮਿਸ਼ਰੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਵੀ ਵਾਰ-ਵਾਰ ਬੁਖਾਰ ਆਉਂਦਾ ਹੈ, ਬਹੁਤ ਘਬਰਾਹਟ ਰਹਿੰਦੀ ਹੈ, ਕਮਜ਼ੋਰੀ ਆਉਂਦੀ ਹੈ ਜਾਂ ਵਾਰ-ਵਾਰ ਬੇਹੋਸ਼ੀ ਆਉਂਦੀ ਹੈ, ਇਸ ਤਰ੍ਹਾਂ ਦੇ ਲੋਕਾਂ ਵਿੱਚ ਵੀ ਮਿਸ਼ਰੀ ਦੀ ਵਰਤੋਂ ਬਹੁਤ ਫਾਇਦੇਮੰਦ ਹੈ। ਮਿਸ਼ਰੀ ਅੱਖਾਂ ਦੇ ਰੋਗਾਂ ਦੇ ਲਈ ਤੇ ਅੱਖਾਂ ਦੀ ਨਿਗਾਹ ਨੂੰ ਵਧਾਉਣ ਦੇ ਲਈ ਵੀ ਬਹੁਤ ਲਾਭਕਾਰੀ ਹੈ। ਮਿਸ਼ਰੀ ਸਰੀਰ ਨੂੰ ਡਿਟੌਕਸ ਕਰਦੀ ਹੈ, ਇਸ ਕਰਕੇ ਇਸ ਨੂੰ ਨੈਚੁਰਲ ਡਿਟੌਕਸੀਫਾਇਰ ਵੀ ਕਿਹਾ ਜਾਂਦਾ ਹੈ। ਇਹ ਸਰੀਰ ਦੀ ਵਾਧੂ ਗਰਮੀ ਨੂੰ ਬਾਹਰ ਕੱਢ ਕੇ ਪਿੱਤ ਸੰਬੰਧੀ ਜਿੰਨੇ ਵੀ ਰੋਗ ਹਨ, ਜਿਨ੍ਹਾਂ ਦੇ ਵਿੱਚ ਸਾਡਾ ਖੂਨ ਦੂਸ਼ਿਤ ਹੋ ਜਾਂਦਾ ਹੈ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ਚੋਂ ਖੂਨ ਜਦੋਂ ਬਾਹਰ ਨਿਕਲ ਰਿਹਾ ਹੈ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਿਕਲਦਾ ਹੈ, ਤਾਂ ਉਸ ਵੇਲੇ ਮਿਸ਼ਰੀ ਦੀ ਵਰਤੋਂ ਬਹੁਤ ਲਾਭਕਾਰੀ ਹੈ। ਚਮੜੀ ਦੇ ਰੋਗੀਆਂ ਲਈ ਗੁੜ ਦੀ ਵਰਤੋਂ ਮਿੱਠੇ ਦੇ ਤੌਰ ਤੇ ਜ਼ਿਆਦਾ ਫਾਇਦੇਮੰਦ ਨਹੀਂ ਹੁੰਦੀ, ਸਗੋਂ ਨੁਕਸਾਨ ਕਰਦੀ ਹੈ ਤੇ ਸ਼ੱਕਰ ਨੂੰ ਕੁਝ ਮਾਤਰਾ ਵਿੱਚ ਵਰਤਿਆ ਜਾ ਸਕਦਾ ਹੈ, ਪਰ ਉਹਨਾਂ ਦੇ ਲਈ ਮਿਸ਼ਰੀ ਬਿਲਕੁਲ ਸੇਫ ਤਰੀਕੇ ਦਾ ਮਿੱਠਾ ਹੈ ਕਿਉਂਕਿ ਇਹ ਚਮੜੀ ਰੋਗਾਂ ਵਿੱਚ ਵੀ ਫਾਇਦਾ ਕਰਦੀ ਹੈ। ਇਸੇ ਮਿਸ਼ਰੀ ਵਿੱਚ ਅਸੀਂ 3 ਤੋਂ 4 ਦਾਣੇ ਇਲਾਇਚੀਆਂ ਦੇ ਪਾ ਦੇਣੇ ਹਨ। ਛਿਲਕਾ ਅਲੱਗ ਕਰ ਲੈਣਾ ਹੈ ਤੇ 3-4 ਇਲਾਇਚੀਆਂ ਦੇ ਦਾਣੇ ਕੱਢ ਕੇ ਅਸੀਂ ਨਾਲ ਹੀ ਪੀਸ ਲਵਾਂਗੇ, ਜਿਸ ਦੇ ਨਾਲ ਇੱਕ ਬਹੁਤ ਹੀ ਚੰਗਾ ਫਲੇਵਰ ਵੀ ਆਏਗਾ ਤੇ ਨਾਲ ਹੀ ਨਾਲ ਇਹ ਰੈਸਿਪੀ ਪਚਣ ਦੇ ਵਿੱਚ ਬਹੁਤ ਹੀ ਵਧੀਆ ਹੋ ਜਾਏਗੀ। ਜਿਨ੍ਹਾਂ ਦੇ ਮੂੰਹ ਦੇ ਵਿੱਚ, ਪੇਟ ਦੇ ਵਿੱਚ ਜਾਂ ਫਿਰ ਗਲੇ ਵਿੱਚ ਵਾਰ-ਵਾਰ ਅਲਸਰ ਹੁੰਦੇ ਰਹਿੰਦੇ ਹਨ, ਉਹਨਾਂ ਦੇ ਲਈ ਵੀ ਇਸ ਰੈਸਿਪੀ ਦਾ ਬਹੁਤ ਜ਼ਿਆਦਾ ਫਾਇਦਾ ਹੈ। ਜਿਹੜੇ ਕਿਸੇ ਵੀ ਕਾਰਨ ਕਰਕੇ, ਬਹੁਤੀ ਗਰਮੀ ਕਰਕੇ ਕਿਸੇ ਤਰ੍ਹਾਂ ਦਾ ਕੋਈ ਡਰਾਈ ਫਰੂਟ ਨਹੀਂ ਲੈ ਸਕਦੇ, ਉਹਨਾਂ ਦੇ ਲਈ ਵੀ ਇਸ ਰੈਸਿਪੀ ਦੀ ਵਰਤੋਂ ਬਹੁਤ ਫਾਇਦੇਮੰਦ ਹੈ। ਅਸੀਂ ਹੁਣ ਸਭ ਕੁਝ ਤਿਆਰ ਕਰ ਲਿਆ ਹੈ। ਮਖਾਣਿਆਂ ਦਾ ਪਾਊਡਰ ਵੀ ਤਿਆਰ ਹੈ, ਮਿਸ਼ਰੀ ਤੇ ਇਲਾਇਚੀ ਦਾ ਪਾਊਡਰ ਵੀ ਤਿਆਰ ਹੈ ਤੇ ਬਾਕੀ ਜਿਹੜੇ ਮਗਜ ਸੀ ਤੇ ਕਾਜੂ ਉਹ ਵੀ ਪੀਸ ਕੇ ਰੱਖ ਲਏ ਹਨ। ਹੁਣ ਅਸੀਂ ਇਸ ਮੱਖਣ ਨੂੰ ਬਣਾਉਣ ਦੀ ਤਿਆਰੀ ਕਰਦੇ ਹਾਂ। ਇਸ ਮੱਖਣ ਨੂੰ ਬਣਾਉਣ ਦੇ ਲਈ ਅਸੀਂ ਪਹਿਲਾਂ ਬਿਲਕੁਲ ਤਾਜ਼ੀ ਮਲਾਈ ਲੈਣੀ ਹੈ, ਜਿਹੜੀ ਕਿ ਠੰਡੀ ਹੋਣੀ ਚਾਹੀਦੀ ਹੈ। 1 ਜਾਂ 2 ਰਾਤ ਪੁਰਾਣੀ ਮਲਾਈ ਤੁਸੀਂ 1 ਕੌਲੀ ਲੈ ਸਕਦੇ ਹੋ। ਜਿਸ ਬੋਲ ਨਾਲ ਅਸੀਂ ਮਿਣ ਕੇ ਮਗਜ ਲਏ ਹਨ ਤੇ ਮਿਸ਼ਰੀ ਲਈ ਹੈ, ਉਸੇ ਨਾਲ ਮਿਣ ਕੇ ਤੁਸੀਂ ਮਲਾਈ ਲੈ ਸਕਦੇ ਹੋ। ਇਸ ਨੂੰ ਅਸੀਂ ਚੰਗੀ ਤਰ੍ਹਾਂ ਬੀਟ ਕਰ ਲੈਣਾ ਹੈ ਕਿ ਇਹ ਥੋੜਾ ਜਿਹਾ ਬਟਰ ਜਿਹੜਾ ਹੈ, ਮੱਖਣ ਵਰਗਾ ਟੈਕਸਚਰ ਉਹ ਆ ਜਾਏ। ਆਯੁਰਵੇਦ ਦੇ ਅਨੁਸਾਰ ਤਾਜੀ ਮਲਾਈ ਜਾਂ ਤਾਜ਼ਾ ਮੱਖਣ, ਤੁਸੀਂ ਇੱਥੇ ਤਾਜ਼ੇ ਮੱਖਣ ਦਾ ਇਸਤੇਮਾਲ ਵੀ ਕਰ ਸਕਦੇ ਹੋ ਜੇ ਤੁਹਾਡੇ ਘਰ ਹਰ ਰੋਜ਼ ਤਾਜ਼ਾ ਮੱਖਣ ਬਣਦਾ ਹੈ। ਇਹ ਦੋਨੋਂ ਸਰੀਰ ਦਾ ਪੋਸ਼ਣ ਕਰਨ ਵਾਲੇ ਹੁੰਦੇ ਹਨ, ਸਰੀਰ ਦੇ ਵਾਤ ਤੇ ਪਿੱਤ ਦੋਸ਼ ਨੂੰ ਬੈਲੈਂਸ ਕਰਨ ਵਾਲੇ ਹੁੰਦੇ ਹਨ, ਅੱਖਾਂ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਹਨ, ਪੇਟ ਦੀਆਂ ਅੰਤੜੀਆਂ ਨੂੰ ਨਰਮ ਤੇ ਮੁਲਾਇਮ ਕਰਦੇ ਹਨ ਤੇ ਕਿਸੇ ਤਰ੍ਹਾਂ ਦਾ ਜੋ ਵੀ ਜ਼ਖਮ ਹੁੰਦਾ ਹੈ ਅੰਦਰ, ਉਸ ਨੂੰ ਠੀਕ ਕਰਦੇ ਹਨ। ਇਸ ਕਰਕੇ ਪੇਟ ਦੇ ਲਈ ਬਹੁਤ ਵਧੀਆ ਹੁੰਦੇ ਹਨ। ਇਸ ਮੱਖਣ ਨੂੰ ਅਸੀਂ ਬੀਟ ਕਰਕੇ ਉਸ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਮਿਸ਼ਰੀ ਪੀਸੀ ਹੈ ਉਹ ਵੀ ਪੂਰਾ ਓਨਾ ਹੀ 1 ਬੋਲ ਭਰ ਕੇ ਪਾ ਦੇਣੀ ਹੈ। ਤੁਹਾਨੂੰ ਥੋੜਾ ਜ਼ਿਆਦਾ ਮਿੱਠਾ ਚਾਹੀਦਾ ਹੈ ਤਾਂ ਤੁਸੀਂ 1.5 ਬੋਲ ਦੇ ਜਾਂ 1.5 ਕੌਲੀ ਦੇ ਲਗਭਗ ਵੀ ਪਾ ਸਕਦੇ ਹੋ, ਕਿਉਂਕਿ ਮਿਸ਼ਰੀ ਆਮ ਖੰਡ ਨਾਲੋਂ ਥੋੜੀ ਘੱਟ ਮਿੱਠੀ ਹੁੰਦੀ ਹੈ। ਇਸ ਕਰਕੇ ਜਿੰਨੇ ਵੀ ਪਾਊਡਰ ਅਸੀਂ ਤਿਆਰ ਕੀਤੇ ਹਨ, ਸਭ ਅਸੀਂ ਵਾਰੋ-ਵਾਰੀ ਨਾਲ ਇਸ ਵਿੱਚ ਪਾਉਂਦੇ ਜਾਵਾਂਗੇ ਤੇ ਇਸ ਨੂੰ ਹਿਲਾਉਂਦੇ ਜਾਵਾਂਗੇ। ਚੰਗੀ ਤਰ੍ਹਾਂ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਦੇਣਾ ਹੈ ਤੇ ਇਹ ਮੱਖਣ ਜਿਹੜਾ ਹੈ ਉਹ ਤਿਆਰ ਹੋ ਜਾਏਗਾ। ਜਿੰਨੀਆਂ ਵੀ ਚੀਜ਼ਾਂ ਅਸੀਂ ਮੱਖਣ ਦੇ ਵਿੱਚ ਸ਼ਾਮਿਲ ਕੀਤੀਆਂ, ਉਹਨਾਂ ਦਾ ਵੀ ਬਹੁਤ ਜ਼ਿਆਦਾ ਮੈਡੀਸਿਨਲ ਵੈਲਿਊ ਹੈ, ਬਹੁਤ ਤਾਕਤਵਰ ਤੇ ਬਹੁਤ ਫਾਇਦੇਮੰਦ ਹਨ। ਇਸ ਦੇ ਨਾਲ ਮੱਖਣ ਆਪਣੇ ਆਪ ਵਿੱਚ ਵੀ ਬਹੁਤ ਸਾਰੀ ਮੈਡੀਸਿਨਲ ਵੈਲਿਊ ਰੱਖਦਾ ਹੈ ਤੇ ਸਰੀਰ ਦੇ ਕਈ ਰੋਗ ਠੀਕ ਕਰ ਸਕਦਾ ਹੈ। ਸੰਗ੍ਰਹਿਣੀ ਦੇ ਰੋਗੀ ਵੀ ਇਸ ਦੀ ਵਰਤੋਂ ਕਰ ਸਕਦੇ ਹਨ, ਜਿਸ ਦੇ ਨਾਲ ਉਹਨਾਂ ਦਾ ਪੇਟ ਜਿਹੜਾ ਹੈ, ਉਹਨਾਂ ਦੇ ਅੰਤੜੀਆਂ ਜਿਹੜੀਆਂ ਹਨ ਉਹ ਬਿਲਕੁਲ ਠੀਕ ਹੋ ਸਕਦੀਆਂ ਹਨ, ਪਰ ਥੋੜੀ ਮਾਤਰਾ ਵਿੱਚ ਹੀ ਅਸੀਂ ਇਸ ਨੂੰ ਲੈਣਾ ਹੈ। ਇਸ ਦੇ ਨਾਲ ਇਹ ਸਾਡੇ ਸਰੀਰ ਦਾ ਬਲ ਵਧਾਉਂਦਾ ਹੈ। ਇਸ ਦੇ ਨਾਲ ਸਾਡੀ ਸਕਿਨ ਬਹੁਤ ਸੋਹਣੀ ਹੋ ਜਾਂਦੀ ਹੈ। ਵਾਲਾਂ ਤੇ ਨੋਹਾਂ ਦੀ ਜਿਹੜੀ ਹੈਲਥ ਹੈ ਉਹ ਵੀ ਬਹੁਤ ਇੰਪਰੂਵ ਹੁੰਦੀ ਹੈ। ਇਹ ਇਮਿਊਨਿਟੀ ਯਾਨੀ ਕਿ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲਾ ਹੈ। ਇਸ ਤੋਂ ਇਲਾਵਾ ਜਿੰਨੇ ਵੀ ਸ਼ੁਕਰ ਧਾਤੂ ਸੰਬੰਧੀ ਰੋਗ ਹਨ, ਉਹਨਾਂ ਵਿੱਚ ਇਹ ਦਵਾਈ ਦੀ ਤਰ੍ਹਾਂ ਕੰਮ ਕਰੇਗਾ। ਇਹ ਸਾਰੀਆਂ ਹੀ ਚੀਜ਼ਾਂ ਦਿਮਾਗ ਦਾ ਪੋਸ਼ਣ ਕਰਨ ਵਾਲੀਆਂ ਹਨ, ਇਸ ਕਰਕੇ ਬੁੱਧੀਵਰਧਕ ਵੀ ਹਨ। ਜਿਨ੍ਹਾਂ ਨੂੰ ਵੀ ਹੱਥ ਪੈਰ ਕੰਬਣ ਦੀ ਸ਼ਿਕਾਇਤ ਹੈ ਜਾਂ ਫਿਰ ਯਾਦ ਕੀਤਾ ਹੋਇਆ ਵਾਰ-ਵਾਰ ਭੁੱਲ ਜਾਂਦਾ ਹੈ ਜਾਂ ਵੈਸੇ ਵੀ ਕਿਤੇ ਰੱਖੀਆਂ ਚੀਜ਼ਾਂ ਉਹ ਅਕਸਰ ਹੁਣ ਭੁੱਲ ਰਹੇ ਹਨ, ਉਹਨਾਂ ਲਈ ਇਹ ਰੈਸਿਪੀ ਬਹੁਤ ਫਾਇਦੇਮੰਦ ਹੈ। ਆਯੁਰਵੇਦ ਵਿੱਚ ਵਾਤ ਤੋਂ ਹੋਣ ਵਾਲੇ 80 ਰੋਗਾਂ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਹਰ ਤਰ੍ਹਾਂ ਦਾ ਜਿਹੜਾ ਕਮਜ਼ੋਰੀ ਨਾਲ ਆਉਣ ਵਾਲਾ ਰੋਗ ਜਾਂ ਫਿਰ ਸਰੀਰ ਵਿੱਚ ਰੁੱਖੇਪਨ ਨਾਲ ਆਉਣ ਵਾਲਾ ਰੋਗ, ਦਰਦ ਨਾਲ ਆਉਣ ਵਾਲੇ ਰੋਗ, ਅਧਰੰਗ, ਇਹ ਸਭ ਸ਼ਾਮਿਲ ਹਨ ਤੇ ਪਿੱਤ ਤੋਂ ਹੋਣ ਵਾਲੇ 40 ਪ੍ਰਕਾਰ ਦੇ ਰੋਗ ਹਨ, ਜਿਨ੍ਹਾਂ ਦੇ ਵਿੱਚ ਵਧੇਰੇ ਗਰਮੀ ਕਰਕੇ ਸਾਡੇ ਵਾਲਾਂ ਦਾ ਚਿੱਟਾ ਹੋਣਾ, ਵਾਲਾਂ ਦਾ ਝੜਨਾ ਜਾਂ ਫਿਰ ਅੱਖਾਂ ਦੀ ਨਿਗਾਹ ਕਮਜ਼ੋਰ ਹੋਣਾ,
ਬਹੁਤ ਜ਼ਿਆਦਾ ਨਕਸੀਰ ਆਉਣਾ ਜਾਂ ਫਿਰ ਮਾਹਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਬਲੀਡਿੰਗ ਆਉਣਾ, ਪੇਟ ਦਾ ਅਕਸਰ ਖਰਾਬ ਰਹਿਣਾ, ਦਸਤ ਲੱਗੇ ਰਹਿਣਾ, ਮਲਦਵਾ ਰਾਹੀਂ ਖੂਨ ਆਉਣਾ, ਇਸ ਤਰ੍ਹਾਂ ਦੇ ਕਈ ਰੋਗ ਸ਼ਾਮਿਲ ਹਨ। ਤਾਂ ਲਗਭਗ 120 ਰੋਗਾਂ ਤੇ ਇਹ ਜਿਹੜਾ ਮੱਖਣ ਹੈ ਦਵਾਈ ਦੀ ਤਰ੍ਹਾਂ ਕੰਮ ਕਰੇਗਾ। ਕਫ ਰੋਗੀ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਰੇਸ਼ਾ ਹੈ, ਜਿਨ੍ਹਾਂ ਦਾ ਸਰੀਰ ਬਹੁਤ ਜ਼ਿਆਦਾ ਭਰਿਆ ਹੋਇਆ ਹੈ, ਜਿਨ੍ਹਾਂ ਨੂੰ ਮੋਟਾਪਾ ਲੋੜ ਤੋਂ ਵੀ ਬਹੁਤ ਜ਼ਿਆਦਾ ਹੈ, ਸਾਹ ਚੜ੍ਹਦਾ ਹੈ, ਪੂਰੇ ਸਰੀਰ ਵਿੱਚ ਸੋਜ ਹੈ ਜਾਂ ਫਿਰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਹਰ ਜਗ੍ਹਾ ਪਾਣੀ ਭਰਿਆ ਹੁੰਦਾ ਹੈ, ਇਸ ਤਰ੍ਹਾਂ ਦੇ ਰੋਗੀ ਇਸ ਰੈਸਪੀ ਦੀ ਵਰਤੋਂ ਨਹੀਂ ਕਰ ਸਕਦੇ। ਕਫ ਰੋਗੀ ਜਿਹੜੇ ਪੂਰੀ ਤਰ੍ਹਾਂ ਕਫ ਦੋਸ਼ ਕਰਕੇ ਉਹਨਾਂ ਨੂੰ ਬਿਮਾਰੀਆਂ ਹਨ, ਉਹਨਾਂ ਨੇ ਇਸ ਨੂੰ ਨਹੀਂ ਵਰਤਣਾ, ਪਰ ਵਾਤ ਤੇ ਪਿੱਤ ਰੋਗੀ ਜਿਹੜੇ ਹਨ ਉਹ ਇਸ ਦੀ ਵਰਤੋਂ ਕਰ ਸਕਦੇ ਹਨ। ਤੇ ਜਿਹੜੇ ਬੱਚੇ ਹੁੰਦੇ ਹਨ ਇਹਨਾਂ ਦਾ ਹਮੇਸ਼ਾ ਸਾਨੂੰ ਕਫ ਪੋਸ਼ਣ ਕਰਨਾ ਚਾਹੀਦਾ ਹੈ, ਤਾਂ ਕਿਉਂਕਿ ਉਹਨਾਂ ਦਾ ਗਰੋਥ ਪੀਰੀਅਡ ਹੈ, ਉਹਨਾਂ ਦੇ ਪੂਰੇ ਜਿਹੜੇ ਅੰਗ ਹਨ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਵਧੀਆ ਗਰੋ ਕਰਾਉਣਾ ਹੈ। ਇਸ ਕਰਕੇ ਉਹਨਾਂ ਦੇ ਬ੍ਰੇਨ ਨੂੰ ਵੀ ਅਸੀਂ ਪੋਸ਼ਣ ਦੇਣਾ ਹੈ, ਮਸਲਸ ਨੂੰ ਸਟਰੋਂਗ ਬਣਾਉਣਾ ਹੈ, ਤਾਂ ਉਹਨਾਂ ਦੇ ਲਈ ਇਹ ਰੈਸਿਪੀ ਰੋਜ਼ਾਨਾ ਵਰਤੋਂ ਯੋਗ ਹੈ। ਅਖੀਰ ਤੇ ਜਦੋਂ ਅਸੀਂ ਸਾਰੀਆਂ ਚੀਜ਼ਾਂ ਇਸ ਵਿੱਚ ਮਿਕਸ ਕਰ ਲਈਆਂ ਹਨ ਤਾਂ ਇਸ ਨੂੰ ਥੋੜਾ ਜਿਹਾ ਅਸੀਂ ਹੱਥ ਨਾਲ ਸੈੱਟ ਕਰ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਮਿਕਸ ਹੋ ਸਕੇ ਔਰ ਸਭ ਕੁਝ ਇਕਸਾਰ ਇੱਕੋ ਵਰਗਾ ਹੋ ਜਾਵੇ। ਇਸ ਮੱਖਣ ਨੂੰ ਅਸੀਂ ਲਗਭਗ 1 ਚਮਚ ਦੀ ਮਾਤਰਾ ਦੇ ਵਿੱਚ ਜਾਂ ਫਿਰ ਇੱਕ ਛੋਟਾ ਟੁਕੜਾ ਜੇ ਅਸੀਂ ਬਰਫੀ ਦੀ ਤਰ੍ਹਾਂ ਇਸ ਨੂੰ ਜਮਾਉਂਦੇ ਹਾਂ ਤਾਂ ਉਹਦਾ ਛੋਟਾ ਟੁਕੜਾ ਕੱਟ ਲੈਂਦੇ ਹਾਂ, ਓਨੀ ਕੁ ਮਾਤਰਾ ਵਿੱਚ ਅਸੀਂ ਇਸ ਨੂੰ ਵਰਤ ਸਕਦੇ ਹਾਂ ਰੋਜ਼ਾਨਾ ਹੀ। ਸਭ ਤੋਂ ਚੰਗਾ ਤਰੀਕਾ ਇਹੀ ਹੈ ਕਿ ਜਿਹੜੀ ਰੋਟੀ ਅਸੀਂ ਬਣਾਉਂਦੇ ਹਾਂ ਉਸ ਨੂੰ ਠੰਡਾ ਕਰ ਲੈਣਾ ਹੈ ਤੇ ਠੰਡੀ ਰੋਟੀ ਤੇ ਸਪਰੈਡ ਕਰਕੇ ਇਸ ਨੂੰ ਖਾਣਾ ਹੈ। ਕਿਸੇ ਵੀ ਆਰਟੀਫੀਸ਼ੀਅਲ ਬਟਰ ਦੀ ਜਾਂ ਫਿਰ ਜੈਮ ਦੀ ਵਰਤੋਂ ਕਰਨ ਨਾਲੋਂ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ। ਮੰਨ ਲਵੋ ਤੁਸੀਂ ਸਵੇਰੇ ਹੀ ਰੋਟੀ ਬਣਾ ਕੇ ਜਾਂਦੇ ਹੋ ਤੇ ਸ਼ਾਮ ਨੂੰ ਇੰਨੇ ਜ਼ਿਆਦਾ ਥੱਕ ਜਾਂਦੇ ਹੋ ਕਿ ਆ ਕੇ ਤੁਹਾਡੇ ਤੋਂ ਭੋਜਨ ਨਹੀਂ ਬਣਦਾ, ਤਾਂ ਤੁਸੀਂ ਸਵੇਰ ਦੀ ਪੱਕੇ ਹੋਏ ਫੁਲਕੇ ਦੇ ਨਾਲ ਇਸ ਮੱਖਣ ਨੂੰ ਖਾਂਦੇ ਹੋ ਤੇ ਉਸ ਤੋਂ ਬਾਅਦ 2-2.5 ਘੰਟੇ ਬਾਅਦ ਤੁਸੀਂ ਸੌਣਾ ਹੈ, ਤਾਂ ਇਹ ਬਹੁਤ ਪੋਸ਼ਣ ਕਰਨ ਵਾਲਾ ਹੈ। ਇੰਨੇ ਸਮੇਂ ਵਿੱਚ ਭੋਜਨ ਚੰਗੀ ਤਰ੍ਹਾਂ ਪਚ ਵੀ ਜਾਂਦਾ ਹੈ ਤੇ ਇੰਨਾ ਕੁ ਗੈਪ ਸੌਣ ਤੇ ਰਾਤ ਦੇ ਭੋਜਨ ਵਿੱਚ ਜ਼ਰੂਰੀ ਹੈ। ਇਸ ਤੋਂ ਬਾਅਦ ਇਸ ਦਾ ਫਾਇਦਾ ਇਹ ਹੈ ਕਿ ਜੇ ਰਾਤ ਦੇ ਭੋਜਨ ਤੋਂ ਬਾਅਦ ਤੁਹਾਨੂੰ ਅਕਸਰ ਹੀ ਬਹੁਤ ਤੇਜ਼ਾਬ ਬਣ ਜਾਂਦਾ ਹੈ, ਗਲੇ ਵਿੱਚ ਜਲਨ ਹੁੰਦੀ ਹੈ, ਹਾਰਟ ਵਿੱਚ ਦਰਦ ਹੁੰਦਾ ਹੈ, ਜਿਸ ਕਰਕੇ ਤੁਸੀਂ ਸੋ ਨਹੀਂ ਪਾਉਂਦੇ, ਤਾਂ ਵੀ ਇਹ ਬਹੁਤ ਫਾਇਦਾ ਕਰਦਾ ਹੈ। ਜਿਹੜੀ ਵੀ ਰੋਟੀ ਨਾਲ ਤੁਸੀਂ ਇਸ ਨੂੰ ਖਾਣਾ ਹੈ ਉਸ ਨੂੰ ਗਰਮ ਨਹੀਂ ਕਰਨਾ ਤਵੇ ਤੇ ਦੁਬਾਰਾ, ਇੱਕ ਵਾਰ ਪਕਾ ਕੇ ਸਹੀ ਤਰੀਕੇ ਨਾਲ ਸਟੋਰ ਕੀਤੀ ਹੋਈ ਹੈ ਤਾਂ ਤੁਸੀਂ ਉਸ ਦੀ ਵਰਤੋਂ ਕਰ ਸਕਦੇ ਹੋ, ਪਰ ਬਿਨਾਂ ਗਰਮ ਕੀਤੇ ਹੀ ਠੰਡੀ ਰੋਟੀ ਉੱਪਰ ਲਗਾ ਕੇ ਹੀ ਇਸ ਨੂੰ ਖਾਣਾ ਹੈ। ਇਸ ਨੂੰ ਅਸੀਂ ਬਰਫੀ ਦੀ ਤਰ੍ਹਾਂ ਵੀ ਪਲੇਟ ਦੇ ਉੱਪਰ ਸੈੱਟ ਕਰਕੇ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਵੀ ਕੱਟ ਕੇ ਰੱਖ ਸਕਦੇ ਹਾਂ। ਇਸ ਨੂੰ ਅਸੀਂ ਫ੍ਰਿਜ ਵਿੱਚ 1 ਹਫ਼ਤੇ ਲਈ ਸਟੋਰ ਕਰਕੇ ਰੱਖ ਸਕਦੇ ਹਾਂ। ਵੈਸੇ ਤਾਂ ਬੱਚਿਆਂ ਨੂੰ ਵੀ ਸਾਨੂੰ ਰੋਟੀ ਦੇ ਉੱਪਰ ਲਗਾ ਕੇ ਹੀ ਦੇਣਾ ਚਾਹੀਦਾ ਹੈ, ਪਰ ਬੱਚੇ ਹਰ ਗੱਲ ਨੂੰ ਸਮਝਣ, ਇਸ ਲਈ ਉਹਨਾਂ ਦੀ ਉਮਰ ਤੇ ਬ੍ਰੇਨ ਡਿਵੈਲਪ ਹੋਣਾ ਚਾਹੀਦਾ ਹੈ। ਇਸ ਕਰਕੇ ਜੇ ਉਹ ਕਦੀ ਜ਼ਿੱਦ ਵੀ ਕਰਦੇ ਹਨ ਤਾਂ ਕਿਸੇ ਵੀ ਹੋਰ ਚੀਜ਼ ਜਾਂ ਹੋਰ ਸਪਰੈਡ ਨੂੰ ਵਰਤਣ ਦੀ ਬਜਾਏ ਤੁਸੀਂ ਕਿਸੇ ਚੰਗੀ ਕੁਆਲਿਟੀ ਦੀ ਬ੍ਰੈਡ ਤੇ ਵੀ ਇਸ ਨੂੰ ਲਗਾ ਕੇ ਦੇ ਸਕਦੇ ਹੋ। ਇਸ ਤੋਂ ਬਾਅਦ ਇਸ ਨੂੰ ਬਿਸਕਿਟਸ ਦੇ ਵਿੱਚ ਵੀ ਲਗਾ ਕੇ ਦਿੱਤਾ ਜਾ ਸਕਦਾ ਹੈ। ਜੇ ਤੁਸੀਂ ਘਰ ਵਾਲੇ ਬਿਸਕਿਟ ਆਪ ਬੇਕ ਕਰਦੇ ਹੋ ਜਾਂ ਕਰਵਾਉਂਦੇ ਹੋ, ਉਸ ਦੇ ਵਿੱਚ ਵੀ ਇਸ ਦੀ, ਜਿਵੇਂ ਕਰੀਮ ਬਿਸਕਿਟ ਅਸੀਂ ਬਣਾਉਂਦੇ ਹਾਂ ਤਾਂ ਇੱਕ ਲੇਅਰ ਇਸ ਦੀ ਲਗਾ ਕੇ ਅਸੀਂ ਇਸ ਨੂੰ ਤਿਆਰ ਕਰ ਸਕਦੇ ਹਾਂ। ਤਾਂ ਬਹੁਤ ਤਰੀਕਿਆਂ ਨਾਲ ਜਿੱਥੇ ਵੀ ਤੁਸੀਂ ਮਿੱਠੇ ਸਪਰੈਡ ਦੀ ਵਰਤੋਂ ਕਰਦੇ ਹੋ, ਕੇਕ ਦੀ ਜੇ ਤੁਸੀਂ ਕੋਈ ਡੈਕੋਰੇਸ਼ਨ ਕਰਨੀ ਹੈ, ਉਸ ਤਰੀਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸੀ ਅੱਜ ਦੀ ਰੈਸਿਪੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਰੈਸਿਪੀ ਦੇ ਨਾਲ ਤੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।